ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਜੋ ਕਿ ਪਾਰਲੀਮੈਂਟ ਦੀ ਐਥਿਕਸ ਕਮੇਟੀ ਯਾਨੀ ਨੈਤਿਕ ਕਾਰਜਾਂ ਲਈ ਬਣਾਈ ਗਈ ਕਮੇਟੀ ਦੀ ਮੈਂਬਰ ਸੀ। ਉਸ ਦੇ ਕੁੱਲ 10 ਮੈਂਬਰ ਸੀ। ਉਸ ਵਿੱਚ ਉਹਨਾਂ ਨੇ ਜੋ ਮਹੁਆ ਮੋਤਰਿਆ, ਜੋ ਕਿ ਤਮਿਲਨਾਡੂ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ, ਦੇ ਕੇਸ ਵਿੱਚ ਉਹਨਾਂ ਦੀ ਸਸਪੈਂਸ਼ਨ ਦੇ ਹੱਕ ਵਿੱਚ ਵੋਟ ਪਾਈ ਹੈ। ਤੋ ਇਸ ਉੱਪਰ ਕਾਂਗਰਸ ਲਈ ਉਹਨਾਂ ਨੇ ਇੱਕ ਬੜੀ ਐਂਬੈਰਸਿੰਗ ਸਿਚੁਏਸ਼ਨ ਖੜੀ ਕਰ ਦਿੱਤੀ ਹੈ ਕਿ ਉਹ ਮੈਂਬਰ ਪਾਰਲੀਮੈਂਟ ਤਾਂ ਕਾਂਗਰਸ ਦੀ ਵੱਜਦੀ ਹੈ, ਚਾਹੇ ਉਸ ਨੂੰ ਕਾਂਗਰਸ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ, ਉਹਨਾਂ ਦੇ ਐਂਟੀ ਪਾਰਟੀ ਗਤੀਵਿਧੀਆਂ ਕਰ, ਜੋ ਕਿ ਉਹ ਪਟਿਆਲੇ ਡਿਸਟ੍ਰਿਕਟ ਵਿੱਚ ਆਪਣੇ ਪਤੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਲ ਕੇ ਕਰ ਰਹੇ ਹਨ, ਜਾਣੀ ਕਿ ਉੱਥੇ ਬੀਜੇਪੀ ਦਾ ਹੀ ਕੰਮ ਕਰਨ 'ਤੇ ਉਹਨਾਂ ਦੇ ਦੋਸ਼ ਹਨ। ਚਾਹੀਦਾ ਤਾਂ ਇਹ ਸੀ ਕਿ ਇਹ ਐਂਬੈਰਸਮੈਂਟ ਕਾਂਗਰਸ ਨੂੰ ਨਾ ਪੇਸ਼ ਕਰਨੀ ਪੈਂਦੀ, ਕਿਉਂਕਿ ਜੋ ਇੰਡੀਆ ਅਲਾਇੰਸ ਹੈ ਉਹਦੇ ਵਿੱਚ ਜਿਹੜੀ ਤਰਮੂਲ ਕਾਂਗਰਸ ਵੀ ਉਹਦੇ ਵਿੱਚ ਹਿੱਸਾ ਹੈ। ਸੋ ਕਾਂਗਰਸ ਲਈ ਇਹ ਇੱਕ ਬੜੀ ਦੁਬਦਾ ਵਾਲੀ ਸਿਚੁਏਸ਼ਨ ਹੋਈ। ਉਹਨਾਂ ਨੂੰ ਇਸ ਵਿੱਚ ਸ਼ਰਮਸ਼ਾਰ ਹੋਣਾ ਪਿਆ ਕਿ ਉਹਨਾਂ ਦੀ ਮੈਂਬਰ ਪਾਰਲੀਮੈਂਟ ਨੇ ਵੋਟ ਉਹਨਾਂ ਦੀ MP ਮਹੁਆ ਮੋਤਰਾ ਦੇ ਵਿਰੁੱਧ ਪਾਈ। ਮਹੁਆ ਮੋਤਰਾ ਦਾ ਜਿਵੇਂ ਤੁਹਾਨੂੰ ਪਹਿਲੇ ਹੀ ਪਤਾ ਕਿ ਉਸ ਉੱਪਰ ਪੈਸੇ ਲੈ ਕੇ ਪਾਰਲੀਮੈਂਟ ਵਿੱਚੋਂ ਸਵਾਲ ਪੁੱਛਣ ਦਾ ਦੋਸ਼ ਲਾਇਆ ਹੋਇਆ, ਔਰ ਉਸ ਉੱਪਰ ਇਹ ਵੀ ਦੋਸ਼ ਹੈ ਕਿ ਉਸਨੇ ਜੋ ਪਾਰਲੀਮੈਂਟ ਦੀ ਵੈਬਸਾਈਟ 'ਤੇ ਉਹਦਾ ਪਰਸਨਲ ਜੋ ਉਹਦਾ ਸੀਗਾ ਐਡਰੈਸ, ਈਮੇਲ ਐਡਰੈਸ, ਉਸ ਨੂੰ, ਉਸ ਦੇ ਪਾਸਵਰਡ ਨੂੰ, ਆਇਡੈਂਟੀਟੀ ਨੂੰ ਉਸਨੇ ਇੱਕ ਸਨਅਤਕਾਰ ਨਾਲ ਸਾਂਝਾ ਕੀਤਾ ਅਤੇ ਸਨਅਤਕਾਰ ਨੇ ਉਸ ਨੂੰ ਦੁਬਈ ਵਿੱਚ ਬੈਠ ਕੇ ਵੀ ਉਸ ਦੀ ਵਰਤੋਂ ਹੋਈ। ਪਰ ਮੈਂ ਜਿਹੜੀ ਇੱਥੇ ਅਸੀਂ ਚਰਚਾ ਕਰਾਂਗੇ ਕਿ ਇਸ ਕਮੇਟੀ ਵਿੱਚ ਉਹ ਇੱਕੋ ਇੱਕ ਇਸਤਰੀ ਮੈਂਬਰ ਪਾਰਲੀਮੈਂਟ ਸਨ, ਅਤੇ ਜਦੋਂ ਉਸ ਦੇ ਚੇਅਰਮੈਨ ਨੇ ਉਹਨਾਂ ਤੋਂ ਬੜੇ ਉਹਨਾਂ ਨੂੰ ਐਂਬੈਰਸ ਕਰਨ ਵਾਲੇ ਸਵਾਲ ਪੁੱਛੇ ਕਿ ਉਹ ਰਾਤ ਕਿਹਨੂੰ ਟੈਲੀਫੋਨ ਕਰਦੇ ਨੇ ਅਤੇ ਕਿਹਦੇ ਨਾਲ ਗੱਲ ਕਰਦੇ ਨੇ, ਬਲਾ ਬਲਾ ਕਈ ਹੋਰ ਗੱਲਾਂ ਮੈਂ ਇੱਥੇ ਕਹਿਣੀਆਂ ਨਹੀਂ ਚਾਹੁੰਦਾ, ਤੁਸੀਂ ਆਪ ਸਮਝ ਗਏ ਹੋਣੇ ਹੋ ਕਿ ਉਹਨਾਂ ਨੇ ਮੋਤਰਾ ਨੂੰ ਬਹੁਤ ਐਂਬੈਰਸ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ 4 ਮੈਂਬਰ ਕਮੇਟੀ ਦੇ ਵਾਕਆਊਟ ਕਰ ਗਏ। ਉਹਦੇ ਵਿੱਚ BSP ਦਾ ਵੀ ਇੱਕ ਮੈਂਬਰ ਸੀ, ਪਰ ਪਰਨੀਤ ਕੌਰ ਇੱਕ ਔਰਤ ਹੋਣ ਦੇ ਬਾਵਜੂਦ, ਇੱਕ ਮਹਿਲਾ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਉੱਥੇ ਬੈਠੇ ਰਹੇ ਅਤੇ ਉਹਨਾਂ ਨੇ ਆਪਣੀ ਵੋਟ ਵੀ ਮਹੁਆ ਮਿਤਰਾ ਨੂੰ ਸਸਪੈਂਡ ਕਰਨ ਦੇ ਹੱਕ ਵਿੱਚ ਪਾਈ। ਇਹ ਇੱਕ ਬੜੀ ਅਨੈਤਿਕ ਘਟਨਾ ਜੋ ਵਾਪਰੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗ ਕੀਤੀ ਹੈ ਕਿ ਉਸ ਨੂੰ, ਜੋ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਹਨ ਮਲਕਾਰਜਨ ਖੜਗੇ ਜੀ, ਉਹਨੂੰ ਇਮੀਡੀਏਟਲੀ ਪਾਰਟੀ 'ਚੋਂ ਉਸ ਨੂੰ ਡਿਸਮਿਸ ਕਰਨ, ਪਾਰਟੀ 'ਚੋਂ ਕੱਢਣ। ਇਹ ਬੇਲੋੜੀ ਉਸ ਨੂੰ ਪਾਰਟੀ ਵਿੱਚ ਰੱਖਿਆ ਹੋਇਆ ਔਰ ਉਹ ਪਾਰਟੀ ਤੋਂ ਪੂਰਾ ਫਾਇਦਾ ਉਠਾ ਰਹੀ ਹੈ, ਯਾਨੀ ਉਸ ਨੂੰ ਜੋ ਪਾਰਲੀਮੈਂਟ ਦਾ MP ਫੰਡ ਹੈ ਉਹਦੇ ਵਿੱਚ ਉਹਨੂੰ 5 ਕਰੋੜ ਰੁਪਇਆ ਮਿਲਦਾ ਹੈ, ਉਹ ਵੀ ਉਹ ਸਾਰਾ ਜੋ BJP ਨੂੰ ਸਥਾਪਿਤ ਕਰਨ 'ਚ ਉਹਨਾਂ ਦੇ ਯੂਨਿਟਾਂ ਨੂੰ ਉੱਥੇ ਉਸ ਮੁਤਾਬਕ ਖਰਚ ਰਹੀ ਹੈ, ਕਿਉਂਕਿ ਉਹਨਾਂ ਦਾ ਹੁਣ ਕਾਂਗਰਸ ਵਿੱਚ ਵਾਪਸ ਆਉਣਾ ਜਾਂ ਰਹਿਣਾ ਇਹ ਬੜਾ ਮੁਸ਼ਕਲ ਹੈ। ਔਰ ਇਸ ਤੋਂ ਇਲਾਵਾ ਇਹ ਜੋ ਉਹਨਾਂ ਨੇ ਇਸ ਸਾਰੇ ਇਸ ਐਪੀਸੋਡ ਵਿੱਚ, ਜੋ ਕਿ ਇਸ ਉੱਪਰ
ਕਿ ਬੀਜੇਪੀ ਨੇ ਉਸ ਤੋਂ ਦੁਖੀ ਹੋ ਕੇ ਕਿ ਉਹਨੇ ਗੌਤਮ ਅਦਾਨੀ ਬਾਰੇ, ਜੋ ਪ੍ਰਾਈਮ ਮਿਨਿਸਟਰ ਦੇ ਬੜੇ ਨਜ਼ਦੀਕੀ ਹਨ, ਬਾਰੇ ਕੋਈ 65 ਦੇ ਕਰੀਬ ਸਵਾਲ ਪਿਛਲੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਪੁੱਛੇ, ਔਰ ਉਸ ਨਾਲ ਜਿੱਥੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਐਂਬੈਰਸਮੈਂਟ ਹੋਈ, ਉਸ ਦੇ ਨਾਲ ਗੌਤਮ ਅਦਾਨੀ ਨੇ ਵੀ ਉਸ ਦਾ ਜੋ ਭੰਡੀ ਪ੍ਰਚਾਰ ਸਾਰੇ ਦੇਸ਼ ਵਿੱਚ ਹੋਇਆ ਅਤੇ ਉਸ ਦੀ ਵੀ ਇੱਜ਼ਤ ਆਬਰੂ ਅਤੇ ਸਾਰਾ ਕੁਝ ਜਿਹੜੀ ਹੈ ਉਸ ਦੀ ਜਿਹੜੀ ਹੈ ਖਤਰੇ ਵਿੱਚ ਹੋਈ, ਔਰ ਉਸ ਦੇ ਬਿਜ਼ਨਸ ਬਾਰੇ ਸਵਾਲ ਸਨ। ਇਸ ਲਈ ਉਹਦੇ ਬਿਜ਼ਨਸ ਉੱਪਰ ਵੀ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਅਤੇ ਸਵਾਲ ਖੜੇ ਕਰਤੇ ਮਹੁਆ ਮਿੱਤਰਾ ਨੇ, ਜੋ ਕਿ ਇੱਕ ਬੜੀ ਬੇਬਾਕ ਮੈਂਬਰ ਪਾਰਲੀਮੈਂਟ ਹਨ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਵੀ ਸਾਰੀ ਵਿਦੇਸ਼ਾਂ ਦੀ ਹੈ ਅਤੇ ਉਹ ਅਜਿਹੇ ਢੰਗ ਨਾਲ ਕੇਸ ਪੇਸ਼ ਕਰਦੀਆਂ ਹਨ ਕਿ ਉਹਨਾਂ ਦੀ ਜੋ ਕਾਬਲੀਅਤ ਹੈ ਉਹਨਾਂ ਦੇ ਸਵਾਲ ਪੁੱਛਣ ਦੇ ਸਟਾਈਲ 'ਚੋਂ ਨਜ਼ਰ ਆਉਂਦੀ ਹੈ। ਪਰ ਜਿਹੜਾ ਅੱਜ ਅਸੀਂ ਮੁੱਦਾ ਡਿਸਕਸ ਕਰ ਰਹੇ ਹਾਂ ਉਹ ਇਹ ਹੈ ਕਿ ਇਹ ਜੋ ਪਰਿਵਾਰ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਪਰਨੀਤ ਕੌਰ ਮੈਂਬਰ ਪਾਰਲੀਮੈਂਟ, ਅਤੇ ਇਹਨਾਂ ਦੋਨਾਂ ਦਾ ਜੋ ਕਿਰਦਾਰ ਹੈ ਉਹ ਕੋਈ ਬਹੁਤ ਇਹੋ ਜਿਹਾ ਨਹੀਂ ਕਿ ਉਸ ਦੀ ਕੋਈ ਕਿਸੇ ਤਰ੍ਹਾਂ ਸ਼ਲਾਘਾ ਕਰ ਸਕੇ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਈਡੀ ਨੇ ਜੋ ਕੇਸ ਰਜਿਸਟਰ ਕੀਤੇ ਹਨ ਉਹ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਨ, ਉਹਨਾਂ ਦੀ ਬੀਵੀ 'ਤੇ ਵੀ ਹਨ, ਔਰ ਉਹਨਾਂ ਦੇ ਬੇਟੇ ਰਣਇੰਦਰ ਸਿੰਘ 'ਤੇ ਵੀ ਹਨ, ਔਰ ਦੋਸ਼ ਵੀ ਬੜੇ ਸੰਗੀਨ ਹਨ ਕਿ ਹਵਾਲੇ 'ਚ ਪੈਸਾ ਬਾਹਰ ਭੇਜਿਆ ਗਿਆ ਔਰ ਲੰਡਨ ਵਿੱਚ ਪ੍ਰਾਪਰਟੀ ਖਰੀਦੀ ਗਈ, ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਅਕਾਊਂਟ ਹਨ। ਸੋ ਇਹੋ ਜਿਹੇ ਸੰਗੀਨ ਦੋਸ਼ਾਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਫਸ ਗਏ ਅਤੇ ਉਹਨਾਂ ਦਾ ਸਾਰਾ ਪਰਿਵਾਰ ਹੀ ਕਹਿ ਦਈਏ ਫਸ ਗਿਆ ਸਿਵਾਏ ਜੈ ਇੰਦਰ ਕੌਰ ਦੇ, ਉਹਨਾਂ ਦੀ ਤੇ ਤਖਤੀ ਬਿਲਕੁਲ ਸਾਫ਼ ਹੈ ਉਹਨਾਂ ਦੀ ਬੇਟੀ ਦੀ, ਜਿਸ ਨੂੰ ਕਿ ਬੀਜੇਪੀ ਦੀ ਮਹਿਲਾ ਮੰਡਲ ਪੰਜਾਬ ਦੀ ਪ੍ਰਧਾਨ ਲਗਾਇਆ ਹੋਇਆ ਅਤੇ ਉਹ ਉਹਨਾਂ ਨੂੰ ਕਾਰਜ ਰਚਾ ਰਹੇ ਆ। ਇੱਥੇ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਦੀ ਮੈਂਬਰ ਹੁੰਦਿਆਂ ਹੋਇਆਂ ਉਸ ਨੇ ਕਾਂਗਰਸ ਦੇ ਦੱਸੇ ਹੋਏ ਕਾਰਜ ਨੂੰ ਕਾਂਗਰਸ ਦੇ ਵਿਰੁੱਧ ਰਚਾਇਆ ਅਤੇ ਵੋਟ ਵੀ ਉਸ ਨੇ ਬੀਜੇਪੀ ਦੇ ਮੈਂਬਰਾਂ ਨਾਲ ਪਾਈ, ਜਿਹੜੇ ਕਿ ਔਰ ਉਸ ਨੂੰ ਕਮੇਟੀ ਦੇ ਅੰਦਰ ਵੀ ਉਸ ਨੇ ਕੋਈ ਇਹੋ ਜਿਹਾ ਰੋਲ ਨਹੀਂ ਪਲੇ ਕੀਤਾ ਕਿ ਉਹ ਜੋ ਕਮੇਟੀ ਦੇ ਚੇਅਰਮੈਨ ਹਨ ਉਹਨਾਂ ਨੂੰ ਇਹ ਕਹਿੰਦੇ ਕਿ ਵੀ ਤੁਸੀਂ ਇਹ ਕਿੱਦਾਂ ਦੇ ਸਵਾਲ ਪੁੱਛਦੇ ਹੋ, ਇਸ ਤਰ੍ਹਾਂ ਕਿਸੇ ਵੀ ਮਹਿਲਾ ਮੈਂਬਰ ਦੀ ਜਿਹੜੀ ਹੈ ਇਸ ਤਰ੍ਹਾਂ ਦੇ ਐਂਬੈਰਸਿੰਗ ਕੁਐਸਚਨ, ਉਹਨਾਂ ਨੂੰ ਸ਼ਰਮਿੰਦਾ ਕਰਨ ਵਾਲੇ ਸਵਾਲ ਬਾਰ-ਬਾਰ ਪੁੱਛੇ ਗਏ, ਜਿਸ 'ਤੇ ਕਿ ਉਹ ਵਾਕਆਊਟ ਕਰ ਗਏ ਅਤੇ ਉਹਨਾਂ ਨਾਲ 3 ਮੈਂਬਰ ਹੋਰ 4 ਮੈਂਬਰ ਹੋਰ ਉਹਨਾਂ ਨਾਲ ਵਾਕਆਊਟ ਕਰ ਗਏ। ਸੋ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਵੀ ਇਹ ਜੋ ਕੇਸ ਹੈ ਉਹਦਾ ਜੋ ਫੈਸਲਾ ਹੋਣਾ ਉਹ ਤਾਂ ਸਭ ਨੂੰ ਦਿਸਦਾ ਹੀ ਹੈ ਕਿ ਉਹਨਾਂ ਨੇ ਮਹੁਆ ਮੋਹਿਤਰਾ ਨੂੰ ਪਾਰਟੀ ਦੇ ਉਸ ਦੇ ਹਿਸਾਬ ਨਾਲ ਕਿ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਹੈ ਮਮਤਾ ਬੈਨਰਜੀ, ਉਹ ਉਹਨਾਂ ਦੇ ਕਾਬੂ ਨਹੀਂ ਆ ਰਹੀ, ਇਸ ਕਰਕੇ ਇਸ ਨੂੰ ਇਹ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੋ ਰਿਹਾ ਉਸ ਵਿੱਚ ਇਸ ਨੂੰ ਪਾਰਲੀਮੈਂਟ ਤੋਂ ਬਰਖਾਸਤ ਕਰ ਦੇਣਾ, ਇਹਦੀ ਮੈਂਬਰਸ਼ਿਪ ਖਤਮ ਕਰ ਦੇਣੀ ਹੈ। ਪਹਿਲੇ ਵੀ ਉਹਨਾਂ ਨੇ ਕੀਤੀ ਹੈ, ਜਿਵੇਂ ਕਿ ਰਾਜੀਵ ਗਾਂਧੀ ਦੀ ਕੀਤੀ ਸੀ, ਔਰ ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਡਿਪਟੀ ਜੋ ਚੀਫ ਮਿਨਿਸਟਰ ਸੀ ਉਹਨਾਂ ਨੂੰ ਵੀ ਜੇਲ੍ਹ 'ਚ ਪਾਇਆ, ਔਰ ਉਹਨਾਂ ਦੇ MP ਨੂੰ ਵੀ ਫੜ ਕੇ ਜੇਲ੍ਹ 'ਚ ਪਾਇਆ ਹੋਇਆ। ਸੋ ਇਹ ਜੋ ਬੀਜੇਪੀ ਦਾ ਲੋਕ ਲੀਡਰਾਂ ਨੂੰ ਜੇਲ੍ਹਾਂ 'ਚ ਭੇਜਣ ਦਾ ਇੱਕ ਉਹਨਾਂ ਦੀ ਪਾਰਟੀ ਦਾ ਇੱਕ ਮੈਂਬਰਾਂ ਨੂੰ, ਪੋਲੀਟੀਕਲ ਪਾਰਟੀਆਂ ਨੂੰ, ਜਿਹਨੂੰ ਅਸੀਂ ਕਹਿ ਸਕਦੇ ਹਾਂ ਟੈਰਰਾਈਜ਼ ਕਰਨ ਦਾ ਇੱਕ ਤਰੀਕਾ ਕਿ ਜਾਂ ਤਾਂ ਤੁਸੀਂ
ਬੀਜੇਪੀ 'ਚ ਰਲ ਜਾਓ, ਜੇ ਤੁਸੀਂ ਬੀਜੇਪੀ 'ਚ ਰਲ ਨਹੀਂ ਜਾਂਦੇ ਤਾਂ ਫਿਰ ਤੁਸੀਂ ਜੇਲ੍ਹਾਂ 'ਚ ਬੈਠੋ, ਜੇਲ੍ਹ ਦੀਆਂ ਕੋਠੜੀਆਂ 'ਚ ਤੁਸੀਂ ਦਿਨ ਕੱਟੋ, ਗਰਮੀਆਂ ਵੀ ਸਰਦੀਆਂ ਵੀ। ਤੋ ਹੋ ਸਕਦਾ ਹੈ ਮਹੁਆ ਮਿੱਤਰਾ ਨੂੰ ਕਿਸੇ ਸਟੇਜ 'ਤੇ ਬੀਜੇਪੀ ਦੀਆਂ ਜਿਹੜੀਆਂ ਏਜੰਸੀਆਂ ਉਸ ਨੂੰ ਅਰੈਸਟ ਵੀ ਕਰਨ, ਕਿਉਂਕਿ ਇਹ ਹਲੇ ਕੇਸ ਬੜਾ ਅੱਗੇ ਨੂੰ ਚੱਲਣਾ। ਉਹਨੇ ਕਈ ਉਹਨਾਂ ਦੇ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਨੇ ਕਿਹਾ ਹੈ, ਜਿਹੜੀ ਐਥਿਕ ਕਮੇਟੀ ਸੀ ਉਹਨੇ ਇਹ ਕਿਹਾ ਕਿ ਵੀ ਇਹ ਇੰਨੇ ਸੰਗੀਨ ਦੋਸ਼ ਹਨ, ਇਹਨਾਂ ਦੀ ਅਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ, ਕਿਉਂਕਿ ਇਸ ਕੰਮ ਜਿਹੜਾ ਟ੍ਰੇਨਡ ਪੁਲਿਸ ਜਾਂ ਜਿਹੜੀਆਂ ਏਜੰਸੀਆਂ ਸਰਕਾਰ ਦੀਆਂ, IB ਕਰੇ, CBI ਕਰੇ ਜਾਂ ED ਕਰੇ ਜਾਂ ਕੋਈ ਹੋਰ ਏਜੰਸੀ ਕਰੇ, ਤਾਂ ਜੋ ਇਸ ਦੇ ਤਹਿ ਤੱਕ ਪਹੁੰਚਿਆ ਜਾਏ ਕਿ ਇਹਦੇ ਵਿੱਚ ਕੀ ਕੀ ਹੋਇਆ। ਕਿਉਂਕਿ ਹੁਣ ਦੋਸ਼ ਉਹਦੇ 'ਤੇ ਇਹ ਵੀ ਲਗਾ ਦਿੱਤਾ ਕਿ ਇਹਦੇ ਨਾਲ ਨੈਸ਼ਨਲ ਸਿਕਿਉਰਿਟੀ ਜਿਹੜੀ ਹੈ ਉਹਨੂੰ ਵੀ ਖਤਰਾ ਪਹੁੰਚਿਆ। ਸੋ ਬੀਜੇਪੀ ਦਾ ਤਾਂ ਇੱਕ ਢੰਗ ਹੈ, ਹਰ ਇੱਕ ਉੱਪਰ ਨੈਸ਼ਨਲ ਸਿਕਿਉਰਿਟੀ ਦਾ ਚਾਰਜ ਲਾ ਕੇ ਉਹਨੂੰ ਜੇਲ੍ਹ 'ਚ ਪਾ ਦਿਓ, ਉਹ ਕੇਸ ਲੜੀ ਜਾਏਗਾ, ਕੇਸ ਕਦੋਂ ਫੈਸਲਾ ਹੋਏਗਾ, ਜ਼ਮਾਨਤ ਨਹੀਂ ਹੋਏਗੀ ਤਾਂ ਉਹ ਬੰਦਾ। ਪਰ ਇਹ ਜੋ ਬੇਬਾਕ ਮਹੁਆ ਮਿੱਤਰਾ MP ਹੈ, ਉਸਨੇ ਇਹ ਕਿਹਾ ਕਿ ਉਹ ਮੁੜ ਕੇ ਮੈਂਬਰ ਪਾਰਲੀਮੈਂਟ ਬਣ ਗਈਆਂ ਅਤੇ ਬਹੁਤ ਵੱਡੀ ਗਿਣਤੀ ਨਾਲ ਉਹ ਪੋਸਟ ਜਿੱਤ ਕੇ ਆਉਣਗੀਆਂ ਆਪਣੀ ਸੀਟ ਅਗਲੇ ਇਲੈਕਸ਼ਨਾਂ 'ਚ, ਔਰ ਉਸਦੀ ਪਾਰਟੀ ਵੀ ਉਹਦੇ ਪਿੱਛੇ ਖੜ ਗਈ ਹੈ। ਤੋ ਤ੍ਰਿਣਮੂਲ ਕਾਂਗਰਸ ਜਿੱਥੇ ਉਹਦੇ ਪਿੱਛੇ ਖੜਦੀ ਹੈ, ਉੱਥੇ ਉਸ ਦੀ ਜੋ ਮੁਖੀ ਹੈ, ਪ੍ਰਧਾਨ ਹੈ, ਉਹ ਮਮਤਾ ਬੈਨਰਜੀ ਨੇ ਵੀ ਉਹਦੇ ਸਮਰਥਨ ਵਿੱਚ ਬੋਲਿਆ, ਸਪੋਰਟ ਕੀਤੀ ਹੈ ਅਤੇ BJP ਨੂੰ ਅਤੇ ਜੋ ਇਹ ਐਥਿਕਸ ਕਮੇਟੀ ਹੈ ਇਸ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਹਨ। ਜੋ ਮੈਂਬਰ ਲੀਡਰ ਆਫ ਆਪੋਜੀਸ਼ਨ ਹਨ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਪ੍ਰਨੀਤ ਕੌਰ ਨੂੰ ਜਲਦੀ ਤੋਂ ਜਲਦੀ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ, ਕਿਉਂਕਿ ਇਹਦੀਆਂ ਸਾਰੀਆਂ ਜੋ ਐਕਟੀਵਿਟੀਜ਼ ਹਨ ਉਹ ਐਂਟੀ ਪਾਰਟੀ ਹਨ ਅਤੇ ਉਸ ਨੂੰ ਪਾਰਟੀ ਵਿੱਚ ਰੱਖਣਾ ਹੈ ਨਹੀਂ। ਕਿਉਂਕਿ ਉਹਨੂੰ ਜਿਹੜੀਆਂ ਚਾਰਜ ਸ਼ੀਟ ਵੀ ਹੋਈਆਂ ਉਹਦਾ ਵੀ ਉਹਨੇ ਬੇਖੌਫ ਹੋ ਕੇ ਅਜਿਹੇ ਜਵਾਬ ਦਿੱਤੇ ਕਿ ਜਿਹੜੇ ਉਹਨੂੰ ਚਾਰਜ ਸ਼ੀਟ ਕਰ ਰਹੇ ਸੀ ਉਹਨਾਂ ਨੂੰ ਵੀ ਸ਼ਰਮਸ਼ਾਰ ਹੋਣਾ ਪਿਆ। ਇਹ ਜੋ ਪਟਿਆਲਾ ਦੀ ਸੀਟ ਹੈ, ਇਹ ਮਹਾਰਾਜਾ ਪਟਿਆਲਾ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸੀਟ ਮੰਨੀ ਜਾਂਦੀ ਹੈ, ਕਿਉਂਕਿ ਇੱਥੋਂ 4 ਵਾਰੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਬਣੀ ਹੈ ਔਰ ਕਾਂਗਰਸ ਵੱਲੋਂ ਇਹ ਮਿਨਿਸਟਰ ਆਫ ਸਟੇਟ ਵੀ ਰਹੇ ਹਨ। ਅਤੇ ਹੁਣ ਇਵੇਂ ਲੱਗਦਾ ਹੈ ਕਿ ਇਸ ਪਰਿਵਾਰ ਦੀ ਜੋ ਸਾਖ ਹੈ ਉਹ ਸਾਰੇ ਪੰਜਾਬ ਵਿੱਚ ਕਾਫੀ ਖਰਾਬ ਹੋ ਚੁੱਕੀ ਹੈ। ਤੋ ਇਹ ਸੀਟ ਜਿੱਤ ਸਕਣਗੇ ਜਾਂ ਨਹੀਂ, ਉਹਦਾ ਇੱਕ ਰੀਜ਼ਨ ਵੀ ਸੀ ਕਿ ਜਿਹੜੇ 1947 'ਚ ਰਿਫਿਊਜੀ ਆਏ ਸੀ ਪਾਕਿਸਤਾਨ ਤੋਂ, ਕਿਉਂਕਿ ਉਹਨਾਂ ਨੂੰ ਉਸ ਵੇਲੇ ਸਹਾਰਿਆਂ ਦੀ ਲੋੜ ਸੀ, ਕੈਂਪਾਂ ਦੀ ਲੋੜ ਸੀ, ਉਹਨਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਚਾਹੀਦੀਆਂ ਸੀ, ਖਾਣੇ ਦੀਆਂ, ਰਹਿਣ ਦੀਆਂ। ਸੋ ਉਹ ਸਾਰਾ ਕੁਝ ਇਹਨਾਂ ਨੇ ਰਿਫਿਊਜੀ ਕੈਂਪ ਬਣਾ ਕੇ ਉਹਨਾਂ ਦੀ ਮਦਦ ਕੀਤੀ। ਇਸ ਕਰਕੇ ਪਟਿਆਲੇ ਦੇ ਜੋ ਰਿਫਿਊਜੀ ਸੀਗੇ ਉਹ ਜਦੋਂ ਵੀ ਵੋਟਾਂ ਆਉਂਦੀਆਂ, ਇਹਨਾਂ ਦੇ ਪਰਿਵਾਰ ਦਾ ਕੋਈ ਵੀ ਕੈਂਡੀਡੇਟ ਖੜਾ ਹੁੰਦਾ ਤਾਂ ਉਹ ਬੜੀ ਸਿੰਸੈਰਿਟੀ ਨਾਲ, ਵਫਾ ਨਾਲ ਇਹਨਾਂ ਉੱਪਰ ਜੋ ਉਹਨਾਂ 'ਤੇ ਕਰਜ਼ਾ ਚੜ੍ਹਿਆ ਹੋਇਆ ਸੀ ਕਿ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ, ਉਸ ਦੇ ਬਦਲੇ ਵਿੱਚ ਉਹ ਹਮੇਸ਼ਾ ਵੋਟਾਂ ਪਾਉਂਦੇ ਸੀ। ਪਰ ਹੁਣ ਸਮਾਂ ਜਿਹੜਾ ਉਹ ਬਦਲ ਗਿਆ, ਹਾਲਾਤ ਬਦਲ ਗਏ। ਜਿਵੇਂ ਕਿ ਪਿਛਲੀਆਂ ਅਸੈਂਬਲੀ ਇਲੈਕਸ਼ਨਾਂ ਵਿੱਚ ਤੁਸੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਪਟਿਆਲੇ ਤੋਂ ਵੱਡੇ ਮਾਰਜਨ ਨਾਲ ਇੱਕ ਨੌਜਵਾਨ ਜਿਹੜਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦਾ, ਉਹਦੇ ਤੋਂ ਹਾਰ ਗਏ। ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਪੰਜਾਬ ਲੋਕ ਕਾਂਗਰਸ ਬਣਾਈ ਪਾਰਟੀ, ਉਸ ਦੀ ਵੀ ਸਾਰੇ ਕੈਂਡੀਡੇਟ ਹਾਰ ਗਏ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਕੁਝ ਕੈਂਡੀਡੇਟਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ BJP ਨਾਲ ਰਲ ਮਿਲ ਕੇ ਉਹਨਾਂ ਨੂੰ BJP ਦੀਆਂ ਵੀ ਟਿਕਟਾਂ ਦਵਾਈਆਂ। ਪਰ BJP ਦੀਆਂ ਜਿਹੜੀਆਂ ਟਿਕਟਾਂ 'ਤੇ ਵੀ ਚੋਣਾਂ ਲੜੀਆਂ ਸੀ ਉਹ ਕੈਂਡੀਡੇਟ ਵੀ
हार चुकी। सो इस वेले इस परिवार का जो सियासी इमेज है ये इन्हां दी जिंदगी च पहली बारी इन्ना पेतला हो चुका है कि पटियाले दे वासी शायद इन्हां नूं हुण वोटां नहीं पाणगे। बीजेपी दा जाण नाल इन्हां दी पोजीशन होर भी खराब हुई है। पर इन्हां नूं एक फायदा होया कि इन्हां दे जिहड़े ईडी ते इनकम टैक्स ते स्विट्जरलैंड दे अकाउंटां बारे जिहड़े केस सीगे वो सारे दब गए, फाइलां च पे। वो फाइलां जे कल कांग्रेस का राज आ जाता है तो हो सकता है कांग्रेस भी खोल ले, पर हले तो उन्होंने एक मौज बहार चल रही है। कैप्टन अमरिंदर सिंह नूं उन्होंने नैशनल एग्जैक्टिव यानी बीजेपी की नैशनल एग्जैक्टिव का मैंबर भी थापिया, पर उथे तो इकबाल सिंह लालपुरा भी मैंबर हैं जो कि मिनारिटी कमीशन के चेयरमैन हैं। सो उहदे विच ते तुहानूं आमो सामने लगता है भी लालपुरे का तो कोई पोलीटिकल कैरियर है ही नहीं। वो तो सिर्फ एक सिख ना करके तो वो काफ़ी देर बीजेपी नाल जुड़िया होया सी ते उसनूं उन्होंने जिथे कमीशन का चेयरमैन लाया उत्थे उसनूं उत्थे नैशनल एग्जैक्टिव विच भी थां दित्ती अते जिहड़ा बीजेपी का पार्लीमेंट बोर्ड है जिहदे विच मैंबर पार्लीमेंट ते होरां नूं टिकटां दा फैसला किया जाता उहदे च भी इकबाल सिंह लालपुरा नूं रखिया, पर कैप्टन अमरिंदर सिंह नूं उस कमेटी विच नहीं रखिया। वैसे भी किसी गल दा कोई मतलब नहीं, क्योंकि देश दे जो प्रधानमंत्री नरेंद्र मोदी जी हैं वो सारे फैसले खुद ही करते हैं। उन्होंने उन्होंने ना तो बीजेपी पार्टी कोई मैटर करती है, उन्होंने कोई अपने फैसलों में थां नहीं देंदे, ना कोई वो मिनिस्टरां नूं थां देंदे जिन्ने भी उन्होंने मिनिस्टर हैं। जिहड़ा अपना स्पीकर है पार्लीमेंट का वो भी उन्होंने रहम ते है। अते दो व्यक्ति दो लीडर यानी कि अमित शाह जी जो गृह मंत्री हैं अते जो प्रधानमंत्री जी हैं सारे फैसले उन्होंने आप लैने होंदे हैं ते लागू करने होंदे हैं। कैप्टन अमरिंदर सिंह नूं ते सिर्फ उन्होंने एवें एक रुतबा दे के ते उत्थे बिठा दिता तां जो कित्थे वापस घर वापसी ना कर जान ते कांग्रेस चले जान, जिवें कांग्रेस च कई MLA गए हैं। सो उन्हां दा उद्देश तां जो जिन्हां पार्टियां चों बंदे खिच्चदे हैं उन्हां नूं डीमोरलाइज करना है, क्योंकि कांग्रेस के बहुत सारे जिहड़े एक्स फॉर्मर मिनिस्टर सी वो कैप्टन अमरिंदर सिंह के कहण ते बीजेपी चले गए सी, पर उन्हां चों 7-8 वापस घर वापसी कर ली उन्होंने। और इस तरह करके ये जो परनीत कौर ने हुण जो अपना किरदार दिखाया है जिसनों कि प्रताप सिंह बाजवा ने अनएथिकल किया है या अनैतिक किया है। सो हुण देखते हैं कि इन्हां दे परिवार चों तां अगर कोई पार्लीमेंट की पटियाले तो इलैक्शन लड़ेगा तो ये दस्या जा रहा है कि भी जय इंदर कौर हुण उन्हां दी कैंडीडेट होएगी बीजेपी दी उत्थों, क्योंकि उसका जिहड़ा सारा कुछ साफ है, उहदी क्लीन स्लेट है, उहदे उत्ते किसी किस्म का कोई दोष नहीं। पर वो एक सियासी जिदों कहंदे ने उहदे विच उहदे कोल कोई तजर्बा नहीं, अनुभव नहीं, तो अनाड़ी किस्म दी एक नवी लीडर लियांदी है, उन्होंने ग्रूमिंग कर रहे हैं, उन्होंने सारा कुछ तुसीं देख रहे हो जो करदी उन्होंने वो करना वही कुछ है जो कुछ कैप्टन अमरिंदर सिंह उन्होंने दसणगे। जिवें कि रिजारा विच जो एक लीडर ने सिखां दे गुरुद्वारियां बारे जो गल कही सी उसकी FIR दर्ज कराने लई जय इंदर कौर चंडीगढ़ सैक्टर 39 के थाने विच अपने लगता है कि कैप्टन अमरिंदर सिंह की सलाह नाल इवें ही परनीत कौर जी भी सारा कुछ अपने पति की कहन ते सलाह ते करदे हैं। सो इस चर्चा नूं मैं इत्थे समाप्त करदा, पर यह दसदा भी ये जो अनैतिक कारज रचाया बीबी
ਪ੍ਰਨੀਤ ਕੌਰ ਨੇ, ਜਿਸ ਨੂੰ ਕਿ ਪ੍ਰਤਾਪ ਸਿੰਘ ਬਾਜਵੇ ਨੇ ਅਨਐਥੀਕਲ ਕਿਹਾ। ਸੋ ਇਹ ਹੁਣ ਸਮਾਂ ਦੱਸੇਗਾ ਕਿ ਇਹਦੇ ਸਿੱਟੇ ਕੀ ਨਿਕਲਣਗੇ। ਇਸ ਚਰਚਾ ਨੂੰ ਸਮਾਪਤ ਕਰਦੇ ਹਾਂ। ਸਤਿ ਸ੍ਰੀ ਅਕਾਲ।